तू मेरे गुरु के प्यारे। आए मिल गुरसिख, आए मिल, आए मिल। आए मिल गुरसिख आए मिल तू मेरे गुरु के प्यारे प्रोग्राम लैके दास दविंदर सिंह सोडी हाजिर है। वाहिगुरु जी का खालसा वाहिगुरु जी की फतेह। अज मैं इस प्रोग्राम में तुहानू भाई इकबाल सिंह जी पीरी मीरी खालसा उन्हां नाल मिलावांगा। भाई साहब जी वाहिगुरु जी का खालसा वाहिगुरु जी की फतेह। बहुत चंगा लगा तुसीं साडे स्टूडियो विच आए। ਇਹ ਤੁਹਾਨੂੰ ਇਹ ਜਿਹੜੀ ਗੁਰਮਤ ਦੀ ਸਿੱਖਿਆ ਹੈ ਕਿੱਥੋਂ ਸਿੱਖੀ ਤੁਸੀਂ, ਕਿੱਥੋਂ ਪ੍ਰਾਪਤ ਹੋਈ? ਵਾਹਿਗੁਰੂ ਜੀ, ਸਭ ਤੋਂ ਪਹਿਲਾਂ ਮੈਂ ਕੋਟਾਨਕੋਟ ਸ਼ੁਕਰ ਕਰਦਾ ਹਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜੀ ਜੀ, ਜਿਨ੍ਹਾਂ ਨੇ ਅਪਾਰ ਕਿਰਪਾ ਕਰਦੇ ਹੋਏ ਇਹ ਕਥਾ ਵਿਚਾਰ ਕਰਨ ਦੀ, ਗੁਰਬਾਣੀ ਦੀ ਵਿਚਾਰ ਕਰਨ ਦੀ, ਗੁਰ ਇਤਿਹਾਸ ਵਿਚਾਰ ਕਰਨ ਦੀ ਇਹ ਸੇਵਾ ਦਾਸ ਨੂੰ ਬਖਸ਼ਿਸ਼ ਕੀਤੀ ਹੈ। ਜੀ ਜੀ। ਅਤੇ ਨਾਲ ਹੀ ਧੰਨਵਾਦ ਕਰਦਾ ਹਾਂ ਸਮੂਹ ਸਾਧ ਸੰਗਤਾਂ ਦਾ, ਜਿਨ੍ਹਾਂ ਨੇ ਮੈਨੂੰ ਬਹੁਤ ਜ਼ਿਆਦਾ ਅਥਾਹ ਪਿਆਰ ਬਖਸ਼ਿਸ਼ ਕੀਤਾ ਹੈ। ਜੀ ਜੀ। ਦੇਸ਼ ਵਿਦੇਸ਼ ਵਿੱਚ ਕਥਾ ਦੀ ਸੇਵਾ ਲੈ ਰਹੀ ਹੈ ਸਾਧ ਸੰਗਤ। ਅਤੇ ਨਾਲ ਹੀ ਮੈਂ ਫਤਿਹ ਟੀਵੀ ਵਾਲਿਆਂ ਦਾ ਵੀ ਅਤੇ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ, ਜੋ ਆਪ ਜੀ ਨੇ ਮੈਨੂੰ ਇੱਥੇ ਯਾਦ ਕੀਤਾ ਹੈ। ਜੀ ਸੋ ਸੰਗਤਾਂ ਦੇ ਦਰਸ਼ਨ ਕਰਵਾਏ ਹਨ। ਜੀ। ਤੇ ਬੇਨਤੀ ਹੈ ਵੀਰ ਜੀ ਮੇਰੀ ਕਿ ਸਭ ਤੋਂ ਪਹਿਲਾਂ ਦਾਸ ਕੋਈ ਇਸ ਲਾਈਨ 'ਚ ਬਿਲਕੁਲ ਨਹੀਂ ਸੀਗਾ, ਗੁਰਮਤਿ ਵਿਚਾਰਾ ਕਰਨ ਵਾਲੇ ਪਾਸੇ ਬਿਲਕੁਲ ਨਹੀਂ ਸੀਗਾ। ਦਾਸ ਪਹਿਲਾਂ ਬਹੁਤ ਹੀ ਇਹ ਮੇਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਖੇਡ ਵਰਤਾਈ ਏ। ਦਾਸ ਤਾਂ ਲੁਧਿਆਣੇ ਵਿਖੇ ਹੀ ਸਲੇਮ ਟਾਪਰੀ ਦੇ ਇਲਾਕੇ 'ਚ ਗੋਲਗੱਪੇ ਲਗਾ ਕੇ ਰੇਹੜੀ ਤੇ ਗੋਲਗੱਪੇ ਵੇਚਿਆ ਕਰਦਾ ਸੀਗਾ। ਜੀ। ਪਰ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਕਿ ਭਾਈ ਸਾਹਿਬ ਭਾਈ ਇੰਦਰਪਾਲ ਸਿੰਘ ਵਾਹਿਗੁਰੂ ਜੀ ਉਹਨਾਂ ਦੀ ਕਥਾ ਵਿਚਾਰ ਕਰਨੇ 'ਚ ਪਈ ਤੇ ਦਾਸ ਦੇ ਮਨ 'ਚ ਭਾਵਨਾ ਬਣੀ ਕਿ ਜੋ ਸਿੱਖ ਧਰਮ ਇਤਨਾ ਮਹਾਨ ਧਰਮ ਹੈ, ਜੀ ਜੀ ਜੀ। ਪਰ ਅੱਜ ਦੇ ਜਿਹੜੇ ਨੌਜਵਾਨ ਹਨ ਇਹ ਸਿੱਖ ਧਰਮ ਤੋਂ ਮੁਨਕਰ ਹੋ ਕੇ ਕੇਸਾਂ ਦੀ ਬੇਅਦਬੀ ਕਰ ਰਹੇ ਹਨ, ਜੀ ਨਸ਼ੇ 'ਚ ਗਲਤਾਨ ਹੋ ਕੇ ਆਪਣਾ ਜੀਵਨ ਬਰਬਾਦ ਕਰ ਰਹੇ ਹਨ। ਜੀ ਜੀ। ਤੇ ਇਹਨਾਂ ਨੂੰ ਦੱਸਿਆ ਜਾਵੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਿਤਨੀ ਮਹਾਨ ਹੈ, ਜੋ ਗੁਰ ਇਤਿਹਾਸ ਹੈ ਕਿਤਨਾ ਮਹਾਨ ਹੈ। ਜੀ। ਇਸ ਬਾਰੇ ਅੰਦਰ ਅੰਦਰ ਪੰਥ ਪ੍ਰਤੀ ਦਰਦ ਵਾਲੀ ਭਾਵਨਾ ਉੱਠੀ ਤੇ ਇਹਨਾਂ ਦਿਨਾਂ ਦੇ ਦਰਮਿਆਨ ਹੀ ਦਾਸ ਨੂੰ ਇੱਕ ਕਿਤਾਬ ਮਿਲੀ, ਪੰਥ ਦਰਜਿਓ ਕੁਝ ਕਰੋ। ਉਹ ਕਿਤਾਬ ਪੜ੍ਹ ਕੇ ਮਨ 'ਚ ਪ੍ਰੇਰਨਾ ਬਣੀ। ਜੀ। ਫਿਰ ਪਤਾ ਲੱਗਾ ਕਿ ਭਾਈ ਗਿਆਨੀ ਪਿੰਦਰਪਾਲ ਸਿੰਘ ਜੀ ਨੇ ਕਥਾ ਵਿਚਾਰ ਕਿੱਥੋਂ ਸਿੱਖੀਏ। ਤੇ ਦਾਸ ਉਸੇ ਕਾਲਜ ਗਿਆ, ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤ ਮਿਸ਼ਨਰੀ ਕਾਲਜ ਜਾ ਕੇ ਉੱਥੇ ਫਿਰ 2 ਸਾਲਾ ਜੋ ਗੁਰਮਤ ਦਾ ਕੋਰਸ ਹੈ ਉਹ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਜੀ ਜੀ। ਤੇ ਉਸ ਤੋਂ ਬਾਅਦ ਫਿਰ ਤੁਸੀਂ ਕਿੱਥੇ ਸੇਵਾਵਾਂ ਨਿਭਾਈਆਂ? ਸਤਿਗੁਰ ਦੀ ਕਿਰਪਾ ਸਦਕਾ ਸਭ ਤੋਂ ਪਹਿਲਾਂ ਜੋ ਕਥਾ ਵਿਚਾਰ ਕਰਨ ਦੀ ਸੇਵਾ ਮਿਲੀ, ਡਿਊਟੀ ਮਿਲੀ, ਉਹ ਦਿੱਲੀ ਦੀ ਧਰਤੀ ਤੇ ਅੱਛਾ। ਸ਼ਾਦਰੇ ਦੇ ਕੋਲ ਤੇਲੀਵਾੜੇ ਦਾ ਇਲਾਕਾ ਹੈ, ਉੱਥੇ ਗੁਰਦੁਆਰਾ ਸਿੰਘ ਸਾਹਿਬ ਵਿਖੇ ਦਾਸ ਨੇ 10 ਮਹੀਨੇ ਸੇਵਾ ਨਿਭਾਈ ਹੈ। ਜੀ 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 ਜੀ। ਠੀਕ ਹੈ ਜੀ। ਹੁਣ ਫਿਰ ਤੁਸੀਂ ਕਿਹੜੀ ਜਗ੍ਹਾ ਸੇਵਾ ਕਰਦੇ ਹੋ? ਹੁਣ ਵਾਹਿਗੁਰੂ ਜੀ ਉਸ ਤੋਂ ਉਪਰੰਤ ਮੇਰੇ ਇੱਕ ਜੋ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤ ਮਿਸ਼ਨਰੀ ਕਾਲਜ ਵਿਖੇ ਹੀ ਦਾਸ ਦੇ ਮਿੱਤਰ ਸਨ, ਜੋ ਲੁਧਿਆਣੇ ਦੇ ਪਹਿਲਾਂ ਰਹਿਣ ਵਾਲੇ ਸਨ, ਗਿਆਨੀ ਅੰਮ੍ਰਿਤਪਾਲ ਸਿੰਘ ਜੀ। ਅੱਛਾ ਜੀ। ਉਹਨਾਂ ਦਾ ਤੇ ਮੇਰਾ ਇੱਕੋ ਸਾਲ ਦਾ ਇੱਕ ਕੋਰਸ ਸੀ। ਉੱਥੇ ਅਸੀਂ ਗੁਰਮਤ ਵਿਦਿਆ ਇਕੱਠੀ ਲਈ ਸੀ। ਉਹ ਦੁਖਨਿਵਾਰਨ ਸਾਹਿਬ ਕਥਾ ਦੀ ਸੇਵਾ ਨਿਭਾ ਰਹੇ ਸਨ ਤੇ ਦਾਸ ਦੇ ਅੰਦਰ ਭਾਵਨਾ ਬਣੀ ਕਿ ਕਿਤੇ ਇੱਕ ਵਾਰ ਇਸ ਉੱਚੀ ਵੱਡੀ ਸਟੇਜ ਤੇ, ਕਿਉਂਕਿ ਇੱਥੇ ਲਗਾਤਾਰ ਨਿਰੰਤਰ ਰੋਜ਼ਾਨਾ ਲੜੀਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਹੁੰਦੀ ਹੈ ਤੇ ਸੰਗਤਾਂ ਬਹੁਤ ਆਤ ਗਿਣਤੀ 'ਚ ਆ ਕੇ ਸੁਣਦੀਆਂ ਹਨ, ਕਿਤੇ ਇੱਕ ਵਾਰ ਦਾਸ ਨੂੰ ਵੀ ਹਾਜ਼ਰੀ ਮਿਲ ਜੇ। ਤੇ ਮੇਰੇ ਮਿੱਤਰ ਗਿਆਨੀ ਅੰਮ੍ਰਿਤਪਾਲ ਸਿੰਘ ਨੇ ਇਹ ਮੇਰੀ ਬੇਨਤੀ ਪ੍ਰਵਾਨ ਕੀਤੀ। ਦਾਸ ਨੂੰ ਹੁਕਮ ਕੀਤਾ ਤੁਸੀਂ ਅੱਜ ਸੇਵਾ ਨਿਭਾ ਸਕਦੇ ਹੋ। ਅੱਛਾ, ਜਦੋਂ ਆਪਾਂ ਸਿੱਖਦੇ ਹਾਂ, ਹੁਣ ਵੀ ਬਹੁਤ ਸਾਰੇ ਬੱਚੇ ਸੁਣਦੇ ਹੋਣਗੇ ਜਿਨ੍ਹਾਂ ਨੇ ਗੁਰਮਤਿ ਦਾ ਗਿਆਨ ਲੈਣਾ ਹੈ, ਸਿੱਖਣਾ ਹੈ। ਆਪਾਂ ਜਦੋਂ ਕਾਲਜ ਵਿੱਚ ਜਾਂਦੇ ਹਾਂ ਤੇ ਆਪਾਂ ਨੂੰ ਪਹਿਲਾਂ ਕੀ ਸਿਖਾਇਆ ਜਾਂਦਾ ਹੈ? ਕਿਹੜੇ ਉਹ ਗ੍ਰੰਥ ਨੇ ਜਿਹੜੇ ਪੜ੍ਹਾਏ ਜਾਂਦੇ ਨੇ ਵੀ ਸਾਨੂੰ ਗੁਰਮਤਿ ਦਾ ਜਿਹੜਾ ਡੂੰਘਾ ਗਿਆਨ ਹੋ ਸਕੇ? ਸਭ ਤੋਂ ਪਹਿਲਾਂ ਤਾਂ ਉਸ ਕਾਲਜ ਵਿਖੇ ਊੜੇ ਐੜੇ ਤੋਂ ਵੀ ਸ਼ੁਰੂਆਤ ਕੀਤੀ ਜਾਂਦੀ ਹੈ। ਅੱਛਾ ਜੀ।
ਕਿਉਂਕਿ ਬੜੇ ਪੜ੍ਹੇ ਲਿਖੇ ਵੀ ਉਹ ਜਿਹੜਾ ਗੁਰਮੁਖ ਦੇ 35 ਅੱਖਰ ਹਨ, ਗੁਰਮੁਖੀ ਦੇ 35 ਅੱਖਰ ਉਹ ਭੁੱਲ ਜਾਂਦੇ ਹਨ। ਜੀ ਜੀ ਕਿਉਂਕਿ ਜਦੋਂ ਆਪਾਂ ਦੂਸਰੀ ਪੰਕਤੀ ਚ ਆਨੇ ਆ ਕੱਕਾ ਖੱਖਾ ਗੱਗਾ ਘੱਗਾ ਨੰਨਾ, ਹਾਂ ਨੰਨਾ ਅੱਖਰ ਕਿਸੇ ਨੂੰ ਬੋਲਣਾ ਹੀ ਨਹੀਂ ਆਉਂਦਾ। ਹਾਂ ਹਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਇਸ ਅੱਖਰ ਦੀ ਵਰਤੋਂ ਕੀਤੀ ਗਈ ਹੈ। ਇਸੇ ਤਰੀਕੇ ਤੀਸਰੀ ਜਿਹੜੀ ਪੰਕਤੀ ਹੈ ਚੱਚਾ ਛੱਛਾ ਜੱਜਾ ਚੱਜਾ ਨੰਨਾ, ਹਾਂ ਨੰਨਾ ਅੱਖਰ ਆਖਣ ਦੀ ਜਾਂਚ ਕਿਸੇ ਨੂੰ ਨਹੀਂ ਆਉਂਦੀ। ਹਾਂ ਤੇ ਇਸ ਤਰੀਕੇ ਬਲੈਕ ਬੋਰਡ ਉੱਪਰ ਪੂਰਾ ਊੜਾ ੜਾ ਲਿਖਵਾਇਆ ਜਾਂਦਾ ਹੈ। ਅੱਛਾ ਇਹ ਬੀਏ ਪੜ੍ਹੇ ਹੋਏ ਵੀ ਐਮਏ ਪੜ੍ਹੇ ਹੋਏ ਵੀ ਜਦੋਂ ਉੱਥੇ ਪਹੁੰਚ ਜਾਣ ਤੇ ਉਹ ਊੜਾ ਐੜਾ ਈੜੀ ਅੱਖਰ ਇਹ ਪੂਰੇ ਨਹੀਂ ਲਿਖ ਸਕਦੇ। ਹਾਂ ਹਾਂ ਭਾਵ ਗੁਰਮੁਖੀ ਦੇ 35 ਅੱਖਰ ਉਹ ਵੀ ਲਿਖੇ ਨਹੀਂ ਉਹਨਾਂ ਕੋਲ ਜਾਂਦੇ। ਜੀ ਜੇ ਲਿਖ ਲੈਂਦੇ ਹਨ ਤਾਂ ਬੋਲੇ ਨਹੀਂ ਜਾਂਦੇ। ਜੀ 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 ਫਿਰ ਉਸ ਉਪਰੰਤ ਮੂਲ ਮੰਤਰ ਦਾ ਜਾਪ, ਫਿਰ ਮੂਲ ਮੰਤਰ ਦੀ ਵਿਚਾਰ, ਫਿਰ ਸਿੱਖ ਰਹਿਤ ਮਰਿਆਦਾ ਅਨੁਸਾਰ। ਕਹਿਣ ਤੋਂ ਭਾਵ ਦਸਾਂ ਗੁਰੂ ਸਾਹਿਬਾਨਾਂ ਦਾ ਜੀਵਨ ਸੰਖੇਪ ਰੂਪ ਵਿੱਚ ਇਸ ਦੇ ਨਾਲ ਹੀ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਵਿਚਾਰ ਤੇ ਗੁਰਮਤਿ ਦੇ ਜਿਹੜੇ ਸਿਧਾਂਤਕ ਸ਼ਬਦ ਹਨ ਜੋ ਗੁਰਮਤਿ ਦੇ ਪਹਿਰਾ ਦਿੰਦੇ ਹਨ ਉਹਨਾਂ ਸਿਧਾਂਤਕ ਸ਼ਬਦਾਂ ਦੀ ਵਿਚਾਰ ਵੀ ਸਿਖਾਈ ਜਾਂਦੀ ਹੈ। ਤੇ ਜਿੱਦਾਂ ਅਸੀਂ ਗੁਰਬਾਣੀ ਪੜ੍ਹਦੇ ਆ ਸਾਨੂੰ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ? ਜਿੱਦਾਂ ਲਾਵਾਂ ਦੁਲਾਵਾਂ ਹੋਰ ਕਿਹੜੀਆਂ ਇਹੋ ਜਿਹੀਆਂ ਗੱਲਾਂ ਨੇ ਵੀ ਜਿਹਦਾ ਅਸੀਂ ਖਿਆਲ ਰੱਖੀਏ ਤੇ ਗੁਰਬਾਣੀ ਸ਼ੁੱਧ ਪੜ੍ਹ ਸਕੀਏ? ਜਿੱਥੇ ਲਾਵਾਂ ਤੁਲਾਵਾਂ ਦਾ ਖਿਆਲ ਰੱਖਣਾ ਹੈ ਉੱਥੇ ਗੁਰਮਤਿ ਦੇ ਅਨੁਸਾਰ ਗੁਰੂ ਕੀ ਬਾਣੀ ਦਾ ਜਾਪ ਕਰਦੇ ਹੋਏ ਵੀ ਜੋ ਵਿਸ਼ਰਾਮ ਹੈ ਹਾਂ ਉਹ ਬਹੁਤ ਜ਼ਰੂਰੀ ਹੈ। ਜੀ 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 ਜਿੱਦਾਂ ਬਚਨ ਹਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚੋਂ ਕਿ ਗੁਰੂ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ। ਜੀ ਜਿੱਥੇ ਵਿਸ਼ਰਾਮ ਆਪਾਂ ਕਰ ਦਈਏ ਗਲਤ ਹੋ ਜਾਵੇ ਤੇ ਅਰਥਾਂ ਦੇ ਅਨਰਥ ਹੋ ਜਾਂਦੇ ਹਨ। ਜੀ ਜੀ ਗੁਰੂ ਅਰਜਨ ਦੇਵ ਮਹਾਰਾਜ ਦਾ ਜੋ ਪ੍ਰਕਾਸ਼ ਹੋਇਆ ਹੈ ਉਹ ਗੁਰੂ ਰਾਮਦਾਸ ਦੇ ਘਰ ਹੋਇਆ ਹੈ। ਜੀ ਜੀ ਗੁਰੂ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ। ਜਾਣੀ ਵਿਸ਼ਰਾਮਾਂ ਦਾ ਵੀ ਪੂਰਾ ਖਿਆਲ ਰੱਖਣਾ ਬਿਲਕੁਲ ਚਾਹੀਦਾ। ਜੀ। ਠੀਕ ਇਸੇ ਤਰੀਕੇ ਜਿਹੜੀ ਲਾਵਾਂ ਦੁਲਾਵਾਂ ਦੀ ਤੁਸੀਂ ਬਾਤ ਕੀਤੀ ਹੈ, ਵਿਚਾਰ ਕੀਤੀ ਹੈ, ਇਹ ਵੀ ਬਹੁਤ ਜ਼ਰੂਰੀ ਹੈ। ਜੀ 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 ਇੱਕ ਲਾਂ ਲਗਾਉਣ ਨਾਲ ਦੁਲਾਂ ਲਗਾਉਣ ਨਾਲ ਅਰਥਾਂ ਦੇ ਵੀ ਵਿੱਚ ਫਰਕ ਆ ਜਾਂਦਾ ਹੈ। ਜੀ 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 ਤੇ ਜਿਵੇਂ ਤੁਸੀਂ ਕਹਿੰਦੇ ਹੋ ਵੀ ਤੁਹਾਨੂੰ ਸੂਰਜ ਪ੍ਰਕਾਸ਼ ਵੀ ਉੱਥੇ ਪੜਾਇਆ ਗਿਆ। ਹਾਂਜੀ ਹਾਂਜੀ ਇਹ ਸੂਰਜ ਪ੍ਰਕਾਸ਼ ਵਿੱਚ ਬਹੁਤ ਸਾਰਾ ਗਿਆਨ ਆ ਹਾਂਜੀ ਗੁਰੂ ਨਾਨਕ ਦੇ ਘਰ ਦਾ। ਫਿਰ ਉੱਥੋਂ ਸੂਰਜ ਪ੍ਰਕਾਸ਼ ਪੜ੍ਹ ਕੇ ਹਾਂਜੀ ਤੁਸੀਂ ਗੁਰੂ ਘਰ ਵਿੱਚ ਕਿਤੇ ਕਥਾ ਪੂਰੀ ਕੀਤੀ ਸੂਰਜ ਪ੍ਰਕਾਸ਼ ਦੀ? ਹਾਂਜੀ ਵਾਹਿਗੁਰੂ ਜੀ ਦਾਸ ਨੂੰ ਇਹ ਸੁਭਾਗਾ ਸਮਾਂ ਮਿਲਿਆ। ਕੋਈ ਸਮਾਂ ਤਾਂ 10 ਮਹੀਨੇ ਦਿੱਲੀ ਵਿਖੇ ਸੇਵਾ ਜੋ ਨਿਭਾਈ। ਜੀ ਜੀ ਉਸ ਉਪਰੰਤ ਲਗਾਤਾਰ ਨਿਰੰਤਰ 5 ਸਾਲ ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਵੀ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਵਿਚਾਰ ਕਰਨ ਦਾ ਸੁਭਾਗ ਸਮਾਂ ਮਿਲਿਆ। ਜੀ 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 ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਤੋਂ ਲੈ ਕੇ ਤੇ ਫਿਰ ਅਸੀਂ ਉੱਥੇ ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ ਵਿਚਾਰ ਕੀਤੀ ਗਈ, ਉਹ ਸੰਪੂਰਨ ਕੀਤੀ ਜੀ। ਇਸ ਸਮੇਂ ਦਰਮਿਆਨ ਫਿਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਤੱਕ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਮਰਦਾਸ ਮਹਾਰਾਜ ਤੱਕ, ਕਿਉਂਕਿ ਉੱਥੇ ਵਿਚਾਰ ਜੋ ਹੁੰਦੀ ਏ ਉਹ ਬੜੀ ਵਿਸਥਾਰ ਨਾਲ ਕੀਤੀ ਜਾਂਦੀ ਹੈ। ਅੱਛਾ, ਜਿਹੜਾ ਸੂਰਜ ਪ੍ਰਕਾਸ਼ ਗ੍ਰੰਥ ਹੈ ਇਹ ਵੀ ਆਪਣੇ ਪ੍ਰਾਤਨ ਗ੍ਰੰਥਾਂ ਵਿੱਚੋਂ? ਹਾਂਜੀ ਵਾਹਿਗੁਰੂ ਜੀ। ਇਹ ਕਿੱਥੋਂ ਲੈ ਕੇ ਕਿਹੜੇ ਗੁਰੂ ਸਾਹਿਬਾਂ ਤੋਂ ਲੈ ਕੇ ਕਿੱਥੇ ਤੱਕ ਉਹਦੇ ਵਿੱਚ ਜਿਹੜਾ ਉਹ ਜੀਵਨ ਬਰਤਾਂਤ ਜਿਹੜਾ ਦੱਸਿਆ ਗਿਆ? ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਜੋ ਹੈ ਅਸਲ 'ਚ ਇਸ ਦੇ 2 ਭਾਗ ਹਨ। ਜੀ ਜੀ ਪਹਿਲੇ ਭਾਗ 'ਚ ਸਿਰਫ ਗੁਰੂ ਨਾਨਕ ਸਾਹਿਬ ਦਾ ਜੀਵਨ ਹੈ, ਉਸ ਨੂੰ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵੀ ਆਖਿਆ ਜਾਂਦਾ ਹੈ। ਜੀ ਫਿਰ ਧੰਨ ਗੁਰੂ ਅੰਗਦ ਸਾਹਿਬ ਤੋਂ ਲੈ ਕੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਕੁਝ ਕੁ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਵਿੱਚ ਸ਼ਾਮਲ ਕੀਤਾ ਗਿਆ ਹੈ ਜੀ ਜੀ ਤੇ ਉਸ ਨੂੰ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਆਖਿਆ ਜਾਂਦਾ ਹੈ। ਵੈਸੇ ਸੰਖੇਪ ਰੂਪ ਵਿੱਚ ਸੂਰਜ ਪ੍ਰਕਾਸ਼ ਗ੍ਰੰਥ ਹੀ ਕਿਹਾ ਜਾਂਦਾ ਹੈ। ਜੀ 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 ਇਹ ਤੁਸੀਂ ਇਹ ਸੰਪੂਰਨ ਕਥਾ ਉਹਦੀ ਜਿਹੜੀ ਸੰਗਤਾਂ ਵਿੱਚ ਕਰ ਚੁੱਕੇ ਹੋ। ਹਾਂਜੀ ਹੋਰ ਵੀ ਸਾਰਾ ਤੁਹਾਨੂੰ ਗੁਰਮਤਿ ਦਾ ਬਹੁਤ ਸਾਰਾ ਗਿਆਨ ਉਸ ਵਿਦਿਆਲੇ ਉਸ ਕਾਲਜ ਵਿੱਚੋਂ ਮਿਲਿਆ ਹਾਂਜੀ ਵਾਹਿਗੁਰੂ ਜੀ। ਤੇ ਜੋ ਤੁਹਾਡੇ ਰਾਹੀਂ ਸਿੱਖ ਸੰਗਤਾਂ ਵਿੱਚ ਵਰਤਿਆ। ਹਾਂਜੀ ਭਾਈ ਸਾਹਿਬ ਜੀ, ਜੇ ਆਪਾਂ ਇਹ ਸਵਾਲ ਕਰ ਲਈਏ ਵੀ ਜਿਹੜਾ ਸਾਨੂੰ ਮਨੁੱਖਾ ਦੇਹੀ ਮਿਲੀ ਹੈ, ਮਨੁੱਖਾ ਹਾਂਜੀ। ਜੀਵਨ ਮਿਲਿਆ ਹੈ, ਇਹਦਾ ਕੀ ਮਨੋਰਥ ਹੈ? ਦੇਖੋ ਵੀਰ ਜੀ, ਬੇਨਤੀ ਹੈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਨੂੰ ਬਖਸ਼ਿਸ਼ ਕਰਕੇ ਜੋ ਉਪਦੇਸ਼ ਕਰਦੇ ਪਏ ਹਨ ਕਿ ਇਹ ਮਨੁੱਖਾ ਜੀਵਨ ਬਾਰ-ਬਾਰ ਨਹੀਂ ਮਿਲਣਾ। ਜੀ ਜੀ ਕਰੋੜਾਂ ਕਈ ਯੁੱਗਾਂ ਤੋਂ ਤੂੰ ਭਰਮਦਾ ਪਿਆ ਹੈ। ਕਦੀ ਤੈਨੂੰ ਕੀੜੀ ਵਾਲਾ ਸਰੀਰ ਮਿਲਿਆ, ਕਦੀ ਹਾਥੀ ਵਾਲਾ ਸਰੀਰ ਮਿਲਿਆ। ਕਈ ਯੁੱਗਾਂ 'ਚ ਭਰਮਦੇ ਤੈਨੂੰ ਇਹ ਮਨੁੱਖਾ ਦੇਹੀ ਮਿਲੀ ਹੈ। ਕਈ ਜਨਮ ਪਇਓ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਜੀ ਜੀ ਕਈ ਜਨਮ ਪੰਖੀ ਸਰਪ ਹੋਇਓ,
ਕਈ ਜਨਮ ਹੈਵਰ ਬ੍ਰਿਕ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਰਨ ਕਾਲ ਇਹ ਦੇਸ ਨਜਰੀਆ। ਤੇ ਸਾਨੂੰ ਤਾਂ ਯਾਦ ਵੀ ਨਹੀਂਗਾ ਕਿ ਅਸੀਂ ਇਹ ਜੂਨਾਂ ਸਾਰੀਆਂ ਭੋਗ ਆਏ ਆ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਨੂੰ ਯਾਦ ਕਰਵਾਉਂਦੇ ਹਨ, ਪਿਆਰਿਆ, ਕਦੀ ਉਹ ਸਮਾਂ ਸੀ ਤੂੰ ਮਾਨੁਖ ਦੇਹ ਲੈਣ ਤੋਂ ਪਹਿਲਾਂ ਹੀ, ਪਿਆਰਿਆ, ਇਹ ਮਨੁੱਖਾ ਜਨਮ ਲੈਣ ਤੋਂ ਪਹਿਲਾਂ ਮਾਂ ਦੇ ਉਦਰ ਦੇ ਅੰਦਰ ਤੂੰ ਪੁੱਠਾ ਵੀ ਲਟਕਦਾ ਰਿਹਾ। ਭਾਵੇਂ ਉਹ ਤੈਨੂੰ ਯਾਦ ਨਹੀਂ, ਤੂੰ ਉੱਥੇ ਤਪ ਕੀਤਾ, ਉਲਟੇ ਲਟਕਦੇ ਹੋਏ ਵੀ ਤੂੰ ਤਪ ਕਰਦਾ ਰਿਹਾ। ਸਤਿਗੁਰੂ ਸਾਨੂੰ ਯਾਦ ਕਰਵਾਉਂਦੇ ਹਨ, ਗਰਭ ਕੁੰਟ ਮੈਂ ਉਰਦ ਤਪ ਕਰਤੇ, ਸਾਸ ਸਾਸ ਸਿਮਰਤ ਪ੍ਰਭ ਰਹਤੇ। ਵਾਹ। ਇਸ ਤਰੀਕੇ ਉੱਥੇ ਤਾਂ ਜਨਮ ਵਿੱਚ ਅਸੀਂ ਮਾਂ ਦੀ ਕੁੱਖ ਵਿੱਚ ਭਾਵੇਂ ਉਲਟੇ ਲਟਕਦੇ ਪਏ ਸੀ, ਪਰ ਸਵਾਸ ਸਵਾਸ ਸਿਮਰਨ ਕਰਦੇ ਪਏ ਸੀ। ਪਰ ਜਿਵੇਂ ਜਿਸ ਦਿਨ ਸਾਡਾ ਜਨਮ ਹੋਇਆ, ਉਸੇ ਛਿਨ ਜਿਹੜੀ ਲਿਵ ਜੁੜੀ ਹੋਈ ਸੀ, ਸਿਮਰਨ ਦਾ ਪ੍ਰਵਾਹ ਚੱਲਦਾ ਪਿਆ ਸੀ, ਉਹ ਲਿਵ ਟੁੱਟ ਗਈ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਂਦੇ ਹਨ, ਜਾਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਉਸ ਛੇਨੀ ਮਾਇਆ ਨੇ ਆਪਣੀ ਖੇਡ ਵਰਤਾ ਦਿੱਤੀ। ਜਿਹੜੀ ਲਿਵ ਜੁੜੀ ਹੋਈ ਸੀ 9-10 ਮਹੀਨਿਆਂ ਤੋਂ, ਉਹ ਲਿਵ ਉਸੇ ਛਿਨ ਟੁੱਟ ਗਈ। ਤੇ ਹੁਣ ਮਨੁੱਖ ਦੇ ਮਨ ਅੰਦਰ ਤ੍ਰਿਸ਼ਨਾ ਆ ਗਈ, ਤੇ ਤ੍ਰਿਸ਼ਨਾ ਦੇ ਅਧੀਨ ਹੋ ਕੇ ਮਨੁੱਖ ਸੰਸਾਰੀ ਪਦਾਰਥਾਂ ਨਾਲ ਵਾਸ ਨਾਲ ਜੁੜਦਾ ਗਿਆ। ਤੇ ਇਸ ਤਰੀਕੇ ਇਹ ਭੁੱਲ ਹੀ ਗਿਆ ਕਿ ਮੈਨੂੰ ਮਨੁੱਖਾ ਜੀਵਨ ਮਿਲਿਆ ਕਿਸ ਵਾਸਤੇ ਹੈ। ਹਾਂ, ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ, ਜਿਉਂ ਬਨ ਫਲ ਪਾ ਕੇ ਭੋਏ ਗਿਰੇ, ਬੋਰ ਨਾ ਲਾਗੇ ਬਹੁਤ ਨਾ ਲਾਗੇ ਡਾਰ। ਜਿਹੜਾ ਫਲ ਇੱਕ ਵਾਰੀ ਦਰਖਤ ਨਾਲੋਂ ਟੁੱਟ ਕੇ ਜ਼ਮੀਨ ਤੇ ਡਿੱਗ ਜਾਏ, ਉਹ ਦੁਬਾਰਾ ਨਹੀਂ ਲੱਗਦਾ। ਹਾਂਜੀ, ਇਸੇ ਤਰ੍ਹਾਂ ਇਹ ਮੌਕਾ ਜਿਹੜਾ ਖੋ ਗਿਆ ਤੇ ਦੁਬਾਰਾ ਨਹੀਂ ਮਿਲਣਾ। ਨਹੀਂ ਮਿਲਣਾ। ਜਿੱਥੇ ਅਸੀਂ ਸੰਸਾਰ ਦੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ, ਉੱਥੇ ਅਸੀਂ ਨਿਰੰਕਾਰ ਨਾਲ ਵੀ ਜੁੜੇ ਰਹਿਣਾ ਹੈ। ਬਿਲਕੁਲ ਜੀ। ਜੀ ਜੀ। ਤੇ ਸੱਚੇ ਸਤਿਗੁਰੂ ਨੇ ਬਚਨ ਬਖਸ਼ਿਸ਼ ਕੀਤੇ, ਕਹਿਣ ਲੱਗੇ, ਭਈ ਪ੍ਰਾਪਤ ਮਾਨੁਖ ਦਿਵਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਵਾਹ। ਇਹ ਮਨੁੱਖਾ ਜਿਨਕਲ ਸੰਸਾਰੀ ਪਦਾਰਥ ਵਾਸਤੇ ਨਹੀਂ। ਹਾਂ, ਕਈ ਸੰਸਾਰ ਲੋਕ ਆਖਦੇ ਹਨ ਇਹ ਜਗ ਮਿੱਠਾ, ਅੱਗੇ ਕਿਨੇ ਡਿੱਠਾ। ਜੀ ਜੀ। ਇਸ ਤਰੀਕੇ ਉਹਨਾਂ ਦੀ ਵਿਚਾਰ ਹੁੰਦੀ ਏ। ਉਹ ਇਹ ਮਨੁੱਖਾ ਜੀਵਨ ਜਿਹੜਾ ਹੈ, ਜਿਹੜਾ ਸਾਨੂੰ ਨਾਮ ਦਾ ਵਪਾਰ ਕਰਨ ਲਈ ਮਿਲਿਆ ਹੈ, ਉਹ ਕੋਡੀਆਂ ਦੇ ਬਦਲੇ ਗਵਾ ਜਾਂਦੇ ਹਨ। ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ, ਕੋਡੀ ਬਦਲਿਆ ਜਾਏ। ਠੀਕ। ਅਸਲ ਗੱਲ ਇਹ ਵੇ ਕਿ ਮਨੁੱਖਾ ਜੀਵਨ ਜੀਵਦੇ ਕੋਈ ਵੀ ਮਨੁੱਖ ਮਾਇਆ ਮੋਹ ਦੀ ਨੀਂਦ ਸੁੱਤਾ ਹੀ ਹੋਇਆ ਹੈ। ਅੱਛਾ, ਜਿਵੇਂ ਹਰ ਇੱਕ ਬੰਦਾ ਸੁੱਖ ਚਾਹੁੰਦਾ ਹੈ, ਬਈ ਮੈਂ ਸੁਖੀ ਹੋਵਾਂ, ਤੇ ਸੁੱਖ ਕਿਵੇਂ ਮਿਲ ਸਕਦਾ ਹੈ? ਸੁੱਖ ਉਦੋਂ ਹੀ ਮਿਲੇਗਾ ਜਦੋਂ ਅਸੀਂ ਆਪਣੇ ਮੂਲ ਨਾਲ ਜੁੜਾਂਗੇ। ਜੀ ਜੀ। ਜਿਸ ਤਰ੍ਹਾਂ ਇੱਕ ਦਰਖਤ ਹੈ, ਜੇ ਉਸ ਨੂੰ ਜੜ੍ਹਾਂ ਤੋਂ ਉਖਾੜ ਦਿੱਤਾ ਜਾਵੇ, ਉਹ ਕਦੀ ਹਰਿਆ ਭਰਿਆ ਨਹੀਂ ਰਹਿੰਦਾ, ਮੁਰਝਾ ਜਾਂਦਾ, ਸੁੱਕ ਸੜ ਜਾਂਦਾ ਹੈ। ਜੀ ਜੀ। ਇਸੇ ਤਰੀਕੇ ਸਾਡੇ ਜੀਵਨ ਦਾ ਜਿਹੜਾ ਮੂਲ ਹੈ, ਉਹ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਹਨ। ਪਰਮੇਸ਼ਵਰ ਦਾ ਨਾਮ ਹੈ। ਜਦੋਂ ਅਸੀਂ ਨਾਮ ਨਾਲ ਜੁੜ ਜਾਂਦੇ ਹਾਂ, ਤੇ ਸਾਡੇ ਜੀਵਨ 'ਚ ਖੇੜਾ ਹੀ ਖੇੜਾ ਆ ਜਾਂਦਾ ਹੈ। ਪੁਰਾਤਨ ਸਮੇਂ ਦੇ ਅੰਦਰ ਜਿਹੜੇ ਗੁਰਸਿੱਖ ਸਨ, ਜਿੱਥੇ ਉਹ ਆਪਣੀ ਦੁਨਿਆਵੀ ਕਿਰਤ ਕਮਾਈ ਕਰਦੇ ਸਨ, ਉੱਥੇ ਨਾਮ ਸਿਮਰਨ 'ਚ ਹੀ ਰਹਿੰਦੇ ਸਨ। ਇਹੀ ਕਾਰਨ ਹੈ ਉਹਨਾਂ ਦੇ ਜੀਵਨ 'ਚ ਭਾਵੇਂ ਬੜੇ ਵੱਡੇ ਵੱਡੇ ਦੁੱਖ ਆਏ। ਹੁਣ ਜਦੋਂ ਇਤਿਹਾਸ ਦੀ ਆਪਾਂ ਵਿਚਾਰ ਕਰਦੇ ਹਾਂ, ਉਹ ਸਿੱਖ ਮਾਤਾਵਾਂ, ਉਹਨਾਂ ਦੀਆਂ ਅੱਖਾਂ ਸਾਹਮਣੇ ਉਹਨਾਂ ਦੇ ਬੱਚਿਆਂ ਦੇ ਟੁਕੜੇ ਟੁਕੜੇ ਕੀਤੇ ਜਾਂਦੇ ਹਨ। ਜੀ ਜੀ। ਪਰ ਉਹਨਾਂ ਦੀਆਂ ਅੱਖਾਂ 'ਚੋਂ ਇੱਕ ਵੀ ਹੰਝੂ ਨਹੀਂ ਡਿੱਗਦਾ ਪਿਆ। ਟੁਕੜੇ ਕਰਕੇ ਉਹਨਾਂ ਦੀਆਂ ਆਂਦਰਾਂ ਕੱਢ ਕੇ ਹਾਰ ਬਣਾ ਕੇ ਪਰੋ ਕੇ ਉਹਨਾਂ ਦੇ ਗਲੇ 'ਚ ਪਾ ਦਿੱਤੇ ਗਏ। ਪਰ ਇੱਕ ਵੀ ਇਤਿਹਾਸ ਕਿਤੇ ਨਹੀਂ ਆਇਆ ਕਿ ਉਸ ਇੱਕ ਬੀਬੀ 'ਚੋਂ ਕਿਸੇ ਵੀ ਇੱਕ ਬੀਬੀ ਨੇ ਰੋ ਕੇ ਕੁਰਲਾਇਆ ਹੋਵੇ ਜਾਂ ਅੱਖਾਂ 'ਚੋਂ ਹੰਝੂ ਘੇਰੇ ਹੋਣ। ਤੇ ਉਸ ਸਮੇਂ ਮੀਰ ਮਨੂ ਵੀ ਹੈਰਾਨ ਹੋ ਜਾਂਦਾ ਹੈ, ਤੇ ਉਹ ਆਖਦਾ, ਹੁਣ ਨਹੀਂ ਇਹ ਰੋਈਆਂ ਦਿਨ ਵੇਲੇ, ਰਾਤ ਨੂੰ ਜ਼ਰੂਰ ਮਿਲ ਕੇ ਰੋਣਗੀਆਂ। ਉਹ ਆਪਣੇ ਸਿਪਾਹੀ ਨੂੰ ਆਖਦਾ ਕਿ ਲੁਕ ਲੁਕ ਕੇ ਖਿੜਕੀ 'ਚੋਂ ਦੇਖਣਾ ਹੈ। ਪਰ ਉਹ ਧੰਨ ਸਿੱਖ ਬੀਬੀਆਂ, ਉਹਨਾਂ ਦੀਆਂ ਅੱਖਾਂ 'ਚੋਂ ਇੱਕ ਵੀ ਹੰਝੂ ਨਹੀਂ ਸੀ ਡਿੱਗਿਆ, ਤੇ ਰਾਤ ਵੇਲੇ ਵੀ ਉਹ ਗੁਰੂ ਕੀ ਬਾਣੀ ਦਾ ਜਾਪ ਕਰਦੀਆਂ ਹਨ ਤੇ ਅਰਦਾਸ ਕਰਦੀਆਂ ਹਨ, ਹੇ ਮੇਰੇ ਪਾਰ ਬ੍ਰਹਮ ਪਰਮੇਸ਼ਵਰ, ਹੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਤੁਹਾਡੀ ਕਿਰਪਾ ਦੇ ਨਾਲ ਇਹ 4 ਪਹਿਰ ਦਿਨ ਸਾਨੂੰ ਸੁੱਖ 'ਚ ਮਿਲਿਆ ਹੈ, ਸੁੱਖਾਂ 'ਚ ਸਫਲਾ ਹੋਇਆ, ਤੁਹਾਡੀ ਯਾਦ 'ਚ ਸਫਲਾ ਹੋਇਆ ਹੈ। ਪਰ ਦੇਖੋ ਪਿਆਰਿਓ, ਕਿਉਂਕਿ ਉਹਨਾਂ ਕੋਲ ਸਿਮਰਨ ਸੀ, ਬੰਦਗੀ ਸੀ, ਇਸ ਵਾਸਤੇ ਉਹਨਾਂ ਦੀ ਅਵਸਥਾ ਬਣ ਗਈ ਕਿ ਤੁਧ ਚਿਤ ਆਏ ਮਹਾ ਆਨੰਦਾ, ਜਿਸ ਵਿਸਰੈ ਸੋ ਮਰ ਜਾਏ। ਐ ਮੇਰੇ ਮਾਲਕ, ਤੂੰ ਸਾਡੇ ਚਿੱਤ 'ਚ ਵਸ ਗਿਆ, ਸਾਡੇ ਜਿਨ ਤਾਂ ਮਹਾ ਆਨੰਦ ਆ ਗਿਆ, ਸੁੱਖ ਹੀ ਸੁੱਖ ਆ ਗਿਆ। ਜਿਨ੍ਹਾਂ ਨੂੰ ਤੇਰਾ ਨਾਮ ਵਿਸਰ ਜਾਂਦਾ ਹੈ, ਉਹ ਤਾਂ ਜੀਵਦੇ ਜੀ ਮਰ ਜਾਂਦੇ ਹਨ।
ਜਿਵੇਂ ਤੁਹਾਡੇ ਕਹਿਣ ਤੋਂ ਭਾਵ ਜਿਹੜੇ ਸੁੱਖ ਨੇ ਉਹ ਰੱਬ ਜੀ ਦੀ ਯਾਦ ਵਿੱਚ ਹੈ। ਹਾਂਜੀ ਬਿਲਕੁਲ ਜੀ। ਹਾਂ, ਸੁੱਖ ਨਾਹੀਂ ਬਹੁਤੇ ਧਨ ਖਾਟੇ, ਸੁੱਖ ਨਾਹੀਂ ਪੇਖੇ ਨਿਰਤ ਨਾਟੇ, ਸੁੱਖ ਨਾਹੀਂ ਬਹੁਦੇਸ਼ ਕਮਾਏ, ਸਰਬ ਸੁੱਖਾਂ ਹਰ ਹਰ ਗੁਣ ਗਾਏ। ਇਸੇ ਵਾਸਤੇ ਦਾਸ ਬੇਨਤੀ ਕਰਦਾ ਏ, ਠੀਕ ਏ ਸਾਨੂੰ ਦੁਨਿਆਵੀ ਪਦਾਰਥ ਵੀ ਚਾਹੀਦੇ ਹਨ ਤੇ ਦੁਨਿਆਵੀ ਪਦਾਰਥ ਪ੍ਰਾਪਤ ਕਰਨ ਲਈ ਅਸੀਂ ਅਨੇਕਾਂ ਯਤਨ ਵੀ ਕਰਦੇ ਹਾਂ, ਪਰ ਕੇਵਲ ਦੁਨਿਆਵੀ ਪਦਾਰਥ ਨਹੀਂ। ਪਿਆਰਿਓ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਦੀ ਵਿਚਾਰ ਤੋਂ ਜੇ ਅਸੀਂ ਟੁੱਟ ਗਏ ਤੇ ਪਿਆਰਿਓ ਕਦੀ ਸੁੱਖ ਨਹੀਂ ਹੋਵੇਗਾ, ਬਲਕਿ ਉਲਟਾ ਭਾਵੇਂ ਸਾਡੇ ਕੋਲ ਕਾਰਾਂ ਹੋਣਗੀਆਂ, ਕੋਠੀਆਂ ਹੋਣਗੀਆਂ, ਆਲੀਸ਼ਾਨ ਮਹਿਲ ਬੰਗਲੇ ਵੀ ਹੋਣਗੇ, ਪਰ ਅਸੀਂ ਦੁੱਖਾਂ ਦੇ ਮਾਰੇ ਹਾਏ ਹਾਏ ਕਰਾਂਗੇ, ਰਾਤ ਨੂੰ ਨੀਂਦ ਨਹੀਂ ਆਵੇਗੀ ਤੇ ਸਾਨੂੰ ਨੀਂਦ ਦੀਆਂ ਗੋਲੀਆਂ ਵੀ ਖਾਣੀਆਂ ਪੈਣਗੀਆਂ। ਹਾਂਜੀ, ਆਪਾਂ ਇਹੀ ਸੋਚਦੇ ਹਾਂ ਵੀ ਜਿਵੇਂ ਇਹ ਸੰਸਾਰੀ ਜੋ ਕਾਰ ਵਿਹਾਰ ਇਹਦੇ ਵਿੱਚੋਂ ਸਾਨੂੰ ਸੁੱਖ ਹੈ। ਜਿਵੇਂ ਮਰਦਾਨਾ ਜੀ ਇੱਕ ਦਿਨ ਕਹਿੰਦੇ ਨੇ ਬਾਬਾ ਨਾਨਕ ਜੀ ਨੂੰ ਵੀ ਮਹਾਰਾਜ ਬਈ ਤੁਸੀਂ ਕਹਿੰਦੇ ਰੱਬ ਜੀ ਦੀ ਯਾਦ ਵਿੱਚ ਸੁੱਖ ਹੈ। ਹਾਂਜੀ, ਤੇ ਮੈਂ ਤੁਹਾਡੇ ਨਾਲ ਬੈਠਾ ਹੁੰਨਾ, ਮੈਂ ਕੀ ਦੇਖਦਾ, ਮੈਂ ਕੀ ਸੁਣਦਾ ਵੀ ਜਿੰਨੇ ਵੀ ਤੁਹਾਨੂੰ ਨਮਸਕਾਰ ਕਰਦੇ ਨੇ, ਨਾਮ ਤੇ ਤੁਹਾਡੇ ਕੋਲੋਂ ਕੋਈ ਵੀ ਨਹੀਂ ਮੰਗਦਾ। ਕੋਈ ਸੰਸਾਰ ਦੇ ਦੁੱਖਾਂ ਸੁੱਖਾਂ ਦੀਆਂ ਗੱਲਾਂ ਕਰਦਾ, ਕੋਈ ਸਰੀਰ ਦੇ ਦੁੱਖਾਂ ਦੀਆਂ ਗੱਲਾਂ ਕਰਦਾ ਹੈ, ਤੇ ਤੁਸੀਂ ਕਹਿੰਦੇ ਹੋ ਨਾਮ ਵਿੱਚ ਸੁੱਖ ਹੈ। ਇਹ ਤੇ ਨਾਮ ਮੰਗਦਾ ਹੀ ਕੋਈ ਨਹੀਂ। ਤੇ ਮਹਾਰਾਜ ਕਹਿਣ ਲੱਗੇ ਮਰਦਾਨਿਆਂ, ਤਾਈਓ ਫਿਰੇ ਦੁਖੀ ਨੇ, ਦੁਖੀ ਨੇ, ਕਿਉਂਕਿ ਜਿਹੜਾ ਸੁੱਖ ਹੈ ਉਹ ਰੱਬ ਜੀ ਦੀ ਯਾਦ ਵਿੱਚ ਹੈ। ਯਾਦ ਚ ਅਸੀਂ ਤਾਂ ਹੀ ਦੁਖੀ ਹਾਂ। ਅਸੀਂ ਸੋਚਦੇ ਹਾਂ ਵੀ ਖਰੇ ਸਾਡੀ ਦੌੜ ਭੱਜ ਵਿੱਚ ਸੁੱਖ ਹੈ। ਨਹੀਂ, ਸਾਡੀ ਦੌੜ ਭੱਜ ਵਿੱਚ ਕੋਈ ਸੁੱਖ ਨਹੀਂ। ਸੁੱਖ ਦੇ ਸੁੱਖਾਂ ਦੇ ਦਾਤੇ ਕੋਲ ਹੈ। ਭਾਈ ਸਾਹਿਬ ਜੀ, ਜਿਵੇਂ ਤੁਸੀਂ ਸ਼ੁਰੂਆਤ ਵਿੱਚ ਦੱਸਿਆ, ਤੁਸੀਂ ਪਹਿਲਾਂ ਗੋਲ ਗੱਪਿਆਂ ਦੀ ਰੇਹੜੀ ਲਾਉਂਦੇ ਸੀ। ਕਿਰਤ ਕੋਈ ਵੀ ਮਾੜੀ ਨਹੀਂ, ਜਿੱਥੇ ਸਤਿਗੁਰਾਂ ਨੇ ਰੱਖਣਾ ਸੀ ਰਹਿਣਾ, ਜੋ ਕਰਨਾ ਉਹ ਕਰਨਾ ਹੀ ਪੈਣਾ। ਕੋਈ ਮਾੜੀ ਨਹੀਂ ਕਿਰਤ ਹੁੰਦੀ, ਸਾਰੀਆਂ ਕਿਰਤ ਚੰਗੀ ਹੈ। ਹਾਂਜੀ, ਪਰ ਬਹੁਤ ਬਖਸ਼ਿਸ਼ ਕੀਤੀ ਮਹਾਰਾਜ ਜੀ ਨੇ, ਗੋਲ ਗੱਪਿਆਂ ਦੀ ਰੇਹੜੀ ਤੋਂ ਤੁਹਾਨੂੰ ਅੱਜ ਐਡੀ ਵੱਡੀ ਸਟੇਜ ਤੇ ਬਿਠਾ ਦਿੱਤਾ। ਮੈਂ ਆਖਾਂਗਾ ਇਹ ਬਾਣੀ ਦੀ ਬਖਸ਼ਿਸ਼ ਹੈ ਜਿਹੜੀ ਤੁਹਾਡੇ ਹਿਰਦੇ ਵਿੱਚ ਵਸੀ। ਤੇ ਤੁਹਾਨੂੰ ਕਿਸ ਤਰ੍ਹਾਂ ਹੁਣ ਮਹਿਸੂਸ ਹੁੰਦਾ ਹੈ? ਮੈਂ ਕਿੱਥੇ ਰਸਤੇ ਵਿੱਚ ਗੋਲ ਗੱਪਿਆਂ ਦੀ ਰੇਹੜੀ ਲੈ ਕੇ ਖਲੋਂਦਾ ਸੀ, ਅੱਜ ਮਹਾਰਾਜ ਜੀ ਨੇ ਮੈਨੂੰ ਕਿੱਡੀ ਵੱਡੀ ਸਟੇਜ ਬਖਸ਼ੀ ਹੈ। ਸੱਚੇ ਸਤਿਗੁਰ ਦੇ ਪਵਿੱਤਰ ਬਚਨ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਜੀ ਜੀ, ਸਾबित तुम हर जानो आपे, जी। हम रुलते फिरते कोई बात न पूछता, जी जी, हम रुलते फिरते कोई बात न पूछता, गुर सतगुर संग कीरे हम थापे। हाँ जी, धन धन गुरु नानक जन केरा, जित मिलिया चुकै सब सोग संतापे। जी जी, धन धन गुरु नानक जन केरा, जित मिलिया चुकै सब सोग संतापे। इस तरीके गुरु नानक साहब जी ने एक खेड वरताई है कि दास ਨੂੰ ਨੀਚ ਤੋਂ ਉੱਚ ਕਰ ਦਿੱਤਾ। ਵਾਹ, ਬਹੁਤ ਵਡਿਆਈ ਬਖਸ਼ਿਸ਼ ਕੀਤੀ। ਜਿੱਥੇ ਜਾਂਦੇ ਆ ਸੰਗਤਾਂ ਬਹੁਤ ਪਿਆਰ ਕਰਦੀਆਂ ਹਨ, ਸਤਿਕਾਰ ਦਿੰਦੀਆਂ ਹਨ ਤੇ ਆਪਣੇ ਮਹਿਲਾਂ 'ਚ ਬਿਠਾਉਂਦੀਆਂ ਹਨ, ਅਦਬ ਸਤਿਕਾਰ ਬਹੁਤ ਦਿੰਦੀਆਂ ਹਨ, ਜੋ ਮੈਂ ਦੱਸ ਹੀ ਨਹੀਂ ਸਕਦਾ। ਵਾਹ ਵਾਹ। ਤੇ ਹੁਣ ਪਰਿਵਾਰ ਵਿੱਚ ਆਪਣੇ ਕੌਣ ਕੌਣ ਨੇ? ਪਰਿਵਾਰ 'ਚ ਮੇਰੇ ਨਾਲ ਮੇਰੇ ਮਾਤਾ ਪਿਤਾ ਜੀ ਹਨ, ਜੀ ਜੀ, ਮੇਰੇ ਸੁਪਤਨੀ ਹਨ ਜੀ। ਅਤੇ 2 ਬੱਚੀਆਂ ਹਨ ਜੀ। ਵਾਹ ਵਾਹ। ਬੱਚੇ ਪੜ੍ਹਦੇ ਨੇ? ਹਾਂਜੀ, ਚਲੋ, ਸਤਿਗੁਰੂ ਮਿਹਰ ਰੱਖਣ। ਇਸੇ ਤਰ੍ਹਾਂ ਤੁਹਾਡੇ ਸਿਰ ਤੇ ਹੱਥ ਰੱਖ ਕੇ ਗੁਰੂ ਮਹਾਰਾਜ ਸੇਵਾਵਾਂ ਲੈਂਦੇ ਰਹਿਣ। ਹੁਣ ਤੁਹਾਡੇ ਮਨ ਦੇ ਕੀ ਖਿਆਲ ਨੇ? ਮੈਂ ਸੰਗਤਾਂ ਨੂੰ ਕਿਸ ਤਰ੍ਹਾਂ ਗੁਰਮਤਿ ਦੇ ਪ੍ਰਚਾਰ ਨਾਲ ਜੋੜਾਂਗਾ? ਮੇਰੀ ਇਹੀ ਭਾਵਨਾ ਹੈ ਕਿ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਰਬ ਸਾਂਝੇ ਸਤਿਗੁਰ ਹਨ, ਜੀ ਜੀ ਜੀ, ਤੇ ਇਹ ਜਿਹੜਾ ਖਜ਼ਾਨਾ ਹੈ, ਖਾਵੇਂ ਖਰਚੇ ਰਲ ਮਿਲ ਪਾਈ, ਤੋੜ ਨਾ ਆਵੇ ਵੱਧੋ ਜਾਈ। ਜੀ ਜੀ ਜੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਭ ਤੋਂ ਵੱਡੇ ਸਤਿਗੁਰ ਹਨ, ਗੁਰੂ ਨਾਨਕ ਸਾਹਿਬ ਦਾ ਰੂਪ ਹਨ। ਤੇ ਅਸਲ ਗੱਲ ਤਾਂ ਇਹੀ ਹੈ ਨਾ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸੰਸਾਰ ਤੇ ਆਈ ਇਸੇ ਵਾਸਤੇ ਕਿ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ ਜਾਵੇ। ਵਾਹ ਜੀ, ਗੁਰੂ ਨਾਨਕ ਦੇਵ ਮਹਾਰਾਜ ਨੇ 10 ਸਰੀਰ ਧਾਰਨ ਕੀਤੇ, 10 ਜਾਮੇ ਧਾਰਨ ਕੀਤੇ ਤੇ 239 ਸਾਲਾਂ ਦੇ ਸਮੇਂ ਦਰਮਿਆਨ ਸਾਨੂੰ ਸ਼ਬਦ ਗੁਰੂ ਦੇ ਲੜ ਹੀ ਲਾਇਆ ਹੈ। ਵਾਹ ਵਾਹ। ਸ਼ੁਮੇਰ ਪਰਬਤ ਦੇ ਉੱਪਰ ਜੇ ਜੋਗੀਆਂ ਨੇ ਪੁੱਛਿਆ ਸੀ, ਇਹ ਗੁਰੂ ਨਾਨਕ ਦੇਵ ਮਹਾਰਾਜ ਜੀ, ਅਸੀਂ ਜਿਤਨੇ ਵੀ ਤੁਹਾਨੂੰ ਸਵਾਲ ਕੀਤੇ, ਹਰੇਕ ਸਵਾਲ ਦਾ ਜਵਾਬ ਆਪ ਜੀ ਦੇ ਰਹੇ ਹੋ, ਤੇ ਹੁਣ ਇੱਕ ਨਵਾਂ ਸਵਾਲ ਖੜਾ ਹੋ ਗਿਆ ਹੈ। ਉਹ ਨਵਾਂ ਸਵਾਲ ਇਹ ਹੈ ਕਿ ਤੁਹਾਡੇ ਗੁਰੂ ਜੀ ਦਾ ਕੀ ਨਾਮ ਹੈ? ਕਿਉਂਕਿ ਇਤਨੇ ਔਖੇ ਔਖੇ ਸਵਾਲ ਅਸੀਂ ਕੀਤੇ, ਹਰੇਕ ਸਵਾਲ ਦਾ ਤੁਸੀਂ ਜਵਾਬ ਦੇ ਰਹੇ ਹੋ। ਸਾਨੂੰ ਇਹ ਦੱਸੋ ਤੁਹਾਡੇ ਗੁਰੂ ਜੀ ਦਾ ਕੀ ਨਾਮ ਹੈ? ਕਵਨ ਮੂਲ ਕਵਨ ਮਤ ਵੇਲਾ, ਕਵਨ ਗੁਰੂ ਜਿਸਕਾ ਤੂੰ ਚੇਲਾ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਬਚਨ ਫਰਮਾਇਆ, ਸ਼ਬਦ ਗੁਰੂ ਸੁਰ ਤੁਨ ਚੇਲਾ। ਮੇਰਾ ਗੁਰੂ ਸ਼ਬਦ ਗੁਰੂ ਹੈ,
ਇਸ ਤਰੀਕੇ ਪਿਆਰਿਓ ਫਿਰ ਅੱਗੇ ਵੀ ਗੁਰੂ ਸਾਹਿਬਾਨਾਂ ਨੇ ਬਚਨ ਕੀਤੇ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਇੱਕ ਅੰਗ ਤੋਂ ਲੈ ਕੇ 1430 ਅੰਗ ਤੱਕ ਇੱਕ ਇੱਕ ਅੱਖਰ 'ਚ ਅੰਮ੍ਰਿਤ ਹੀ ਅੰਮ੍ਰਿਤ ਹੈ। ਭਾਵ ਆਤਮਿਕ ਜੀਵਨ ਦੇਣ ਵਾਲਾ ਨਾਮ ਦਾ ਜਲ ਭਰਿਆ ਹੋਇਆ ਹੈ। ਨਾਨਕ ਕੇ ਕਰ ਕੇਵਲ ਨਾਮ, ਕੇਵਲ ਨਾਮ ਹੀ ਨਾਮ ਹੈ ਪਿਆਰਿਓ। ਕਹਿਣ ਲੱਗੇ ਪਿਆਰਿਆ, ਇਹ ਹਿੰਦੂ ਵੀਰ ਤੂੰ ਜਪਣਾ ਰਾਮ ਰਾਮ ਜਪ ਲੈ, ਪਰ ਪ੍ਰੇਮ ਭਾਵਨੇ 'ਚ ਜਪ। ਇਹ ਮੁਸਲਮਾਨ ਭਰਾਵਾ ਤੂੰ ਜਪਣਾ ਹੈ, ਤੂੰ ਅੱਲਾ ਲਾ ਜਪ। ਇਸੇ ਵਾਸਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ ਇਤਨਾ ਅਦਬ ਸਤਿਕਾਰ, ਇਤਨਾ ਪਿਆਰ। ਹਿੰਦੂ ਵੀਰ ਕਹਿਣ ਲੱਗੇ ਕਿ ਅਸੀਂ ਹੁਣ ਕਿਸੇ ਗੰਗਾ ਤੀਰ ਤੇ ਇਸ਼ਨਾਨ ਕਰਨ ਨਹੀਂ ਜਾਣਾ। ਮੁਸਲਮਾਨ ਭਰਾ ਆਖ ਲਗੇ ਅਸੀਂ ਮੱਕੇ ਨਹੀਂ ਜਾਣਾ, ਅਸੀਂ ਕਾਬੇ ਨਹੀਂ ਜਾਣਾ। ਗੁਰੂ ਨਾਨਕ ਦੇ ਦਰਸ਼ਨ ਅਸੀਂ ਕਰਦੇ ਹਾਂ ਤੇ ਸਾਡਾ ਅੰਦਰ ਨਿਰਮਲ ਹੋ ਜਾਂਦਾ ਹੈ, ਅੰਦਰ ਸਾਡੇ ਸੁੱਖ ਹੀ ਸੁੱਖ, ਅੰਦਰ ਆਨੰਦ ਹੀ ਆਨੰਦ ਵਰਦਾ ਏ। ਇਸ ਵਾਸਤੇ ਗੁਰੂ ਨਾਨਕ ਸਾਹਿਬ ਹੀ ਸਾਡੇ ਕਾਬਾ ਹਨ, ਗੁਰੂ ਨਾਨਕ ਸਾਹਿਬ ਹੀ ਸਾਡੇ ਮੱਕਾ ਹਨ। ਹਿੰਦੂ ਭਰਾ ਆਖਦੇ ਸਾਡੀ ਗੰਗਾ, ਸਾਡਾ ਬਨਾਰਸ ਗੁਰੂ ਨਾਨਕ ਪਾਤਸ਼ਾਹ ਹੈ। ਇਸ ਤਰੀਕੇ ਵਡਿਆਈਆਂ ਕੋਈਆਂ ਕੀ ਵਡਿਆਈ ਹੋਈ, ਕਹਿਣਗੇ ਗੰਗ ਬਨਾਰਸ ਹਿੰਦੂਆਂ, ਮੁਸਲਮਾਨਾਂ ਮੱਕਾ ਕਾਬਾ, ਘਰ ਘਰ ਬਾਬਾ ਗਾਵੀਏ, ਵੱਜਣ ਤਾਲ ਮਿਰਦੰਗ ਰਬਾਬਾ। ਇਸੇ ਤਰੀਕੇ 10ਵੇਂ ਜਾਮੇ ਵਿੱਚ ਵੀ ਇੱਥੇ ਪੀਰ ਬੁੱਧੂ ਸ਼ਾਹ ਵੀ ਨਮਸਕਾਰਾਂ ਕਰਦਾ ਪਿਆ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨ 'ਚ। ਗਣੀ ਖਾਂ ਵੀ, ਨਬੀ ਖਾਂ ਵੀ, ਪੰਡਤ ਸ਼ਿਵਦੱਤ ਵੀ ਨਮਸਕਾਰਾਂ ਕਰਦਾ ਹੈ। ਇੱਥੇ ਹਿੰਦੂ ਰਾਜਾ ਰਤਨ ਰਾਏ ਵੀ ਆ ਕੇ ਨਮਸਕਾਰਾਂ ਕਰਦਾ ਪਿਆ। ਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਰਬ ਸਾਂਝਾ ਉਪਦੇਸ਼, ਕਿਉਂਕਿ ਗੁਰੂ ਨਾਨਕ ਜੀ ਦੇ ਘਰ ਦਾ ਜਿਹੜਾ ਉਪਦੇਸ਼ ਹੈ, ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਹੀ ਬਚਨ ਫਰਮਾਉਂਦੇ ਨੇ ਕਿ ਪਿਆਰਿਓ, ਇਹ ਗੁਰੂ ਨਾਨਕ ਦੇ ਘਰ ਦਾ ਸਾਰਾ ਜਿਹੜਾ ਉਪਦੇਸ਼ ਹੈ ਸਰਬ ਸਾਂਝਾ ਹੈ। ਇਹਨੂੰ ਸਾਰੇ ਸੁਣ ਲਓ ਧਿਆਨ ਨਾਲ। ਇਹ ਹਿੰਦੂ ਭਰਾਵੋ ਤੁਸੀਂ ਵੀ ਸੁਣ ਲਓ, ਮੁਸਲਮਾਨ ਵੀਰੋ ਤੁਸੀਂ ਵੀ ਸੁਣ ਲਵੋ। ਇਹ ਸਾਚ ਕਹੂੰ ਸੁਣ ਲਿਓ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਗੁਰੂ ਨਾਨਕ ਦੇ ਘਰ ਦਾ ਜਿਹੜਾ ਉਪਦੇਸ਼ ਹੈ ਪ੍ਰੇਮ ਦਾ ਮਾਰਗ, ਪ੍ਰੇਮ ਦਾ ਜੀ। ਸਤਿਗੁਰੂ ਮਿਹਰ ਕਰਨ, ਤੁਹਾਡੇ ਤੇ ਬਹੁਤ ਬਖਸ਼ਿਸ਼ ਹੈ। ਸਾਡੀ ਅਰਦਾਸ ਹੈ ਤੁਸੀਂ ਇਸੇ ਹੀ ਤਰ੍ਹਾਂ ਇਹ ਜਿਹੜਾ ਗੁਰਮਤਿ ਦਾ ਖਜ਼ਾਨਾ ਹੈ ਉਹ ਵੰਡਦੇ ਰਹੋ। ਤੁਸੀਂ ਸਾਡੇ ਸਟੂਡੀਓ ਵਿੱਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਅਗਲੇ ਐਪੀਸੋਡ ਵਿੱਚ ਕਿਸੇ ਹੋਰ ਮਹਾਨ ਸ਼ਖਸੀਅਤ ਨਾਲ ਮਿਲਾਵਾਂਗਾ। ਉਦੋਂ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। तू मेरे गुरु के प्यारे, आए मिल गुरसिख, आए मिल, आए